तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਨਾਮ ਧੰਨ ਵਾਹਿਗੁਰੂ ਜੀ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ। ਦਇਆਲ ਪੁਰਖ ਬਖਸ਼ੰਦ, ਜੋ ਮੰਗਹਿ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾ ਉਹਾ ਸੱਚ ਹੋਵੈ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਉ ਨਿਧ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਘਰ ਨਉ ਨਿਧ ਆਵੈ ਤਾਏ। ਸਭ ਥਾਈਂ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਟੀਵੀ ਦੇ ਮਾਧਿਅਮ ਰਾਹੀਂ ਦੇਸ਼ ਅਤੇ ਵਿਦੇਸ਼ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਨੂੰ ਸੁਣ ਕੇ ਉਹਨਾਂ ਦੀਆਂ ਬਖਸ਼ਿਸ਼ਾਂ ਨੂੰ ਮਾਣਦਿਆਂ ਹੋਇਆਂ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਵਿੱਚ ਵਰਤਨ ਗੁਰਮਤਿ ਵਿਚਾਰਾਂ ਦੀ ਆਪਾਂ ਸਾਂਝ ਕਰ ਸਕੀਏ। ਆਪ ਸੰਗਤ ਅਸੀਸ ਬਖਸ਼ੋ, ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਲਖਨੌਰ ਦੀ ਧਰਤੀ ਤੋਂ ਮਹਾਰਾਜ ਕਰਨਾਲ ਜਾਂਦੇ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਦੋਂ ਕਰਨਾਲ ਦੇ ਵਿੱਚੋਂ ਗੁਜ਼ਰਦੇ ਪਏ ਨੇ ਤੇ ਸਤਿਗੁਰੂ ਮਹਾਰਾਜ ਜੀ ਦੇ ਘੋੜੇ ਨੂੰ ਰੋਕ ਕਰਕੇ, ਰਾਹ ਨੂੰ ਰੋਕ ਕਰਕੇ ਕਿਸੇ ਨੇ ਪ੍ਰਸ਼ਨ ਕੀਤਾ ਸੀ, ਸੱਚੇ ਪਾਤਸ਼ਾਹ ਮਹਾਰਾਜ ਮੇਰੇ ਮਨ ਦੇ ਵਿੱਚ ਈਰਖਾ ਜਿਹੜੀ ਹੈ, ਦੁਸ਼ਮਣੀ ਦੀ ਅੱਗ ਜਿਹੜੀ ਹੈ ਉਹ ਮੇਰੇ ਮਨ ਨੂੰ ਬਹੁਤ ਸਾੜਦੀ ਪਈ ਹੈ। ਸੱਚੇ ਪਾਤਸ਼ਾਹ ਮਹਾਰਾਜ ਮੇਰਾ ਮਨ ਕਰਦਾ ਹੈ ਕਿ ਮੈਂ ਬਦਲਾ ਲਵਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗੱਲਾਂ ਕਰਦਿਆਂ ਮਹਾਰਾਜ ਜੀ ਤੋਂ ਇਹ ਪ੍ਰਸ਼ਨ ਪੁੱਛਦਿਆਂ ਇੱਕਦਮ ਉਹ ਜਿਹੜਾ ਸਵਾਲੀ ਸੀ ਉਹ ਗਸ਼ ਕਰਕੇ ਜ਼ਮੀਨ ਦੇ ਉੱਤੇ ਡਿੱਗਿਆ ਤੇ ਬੇਹੋਸ਼ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਘੋੜੇ ਤੋਂ ਥੱਲੇ ਉਤਰਦੇ ਨੇ। ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਉਹਦੇ
ਮੂੰਹ ਦੇ ਵਿੱਚ ਜਲ ਪਾਉਣਾ ਕੀਤਾ। ਉਹਦੀ ਸੁਰਤ ਜਦੋਂ ਵਾਪਸ ਆਈ, ਹੋਸ਼ ਦੇ ਵਿੱਚ ਆਇਆ ਤੇ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਪੁਰਖਾ ਇਹ ਰੋਣ ਦਾ ਕਾਰਨ ਕੀ ਹੈ? ਕਹਿਣ ਲੱਗਾ, ਸੱਚੇ ਪਾਤਸ਼ਾਹ ਮਹਾਰਾਜ, ਸਾਡੇ ਕੁਛ ਸ਼ਰੀਕੇ ਦੇ ਵਿੱਚ ਝਗੜਾ ਚੱਲਿਆ ਜ਼ਮੀਨ ਨੂੰ ਲੈ ਕਰਕੇ, ਤੇ ਜ਼ਮੀਨ ਦੇ ਇਸ ਝਗੜੇ ਦੇ ਵਿੱਚ ਜਿਹੜੇ ਮੇਰੇ ਵਿਰੋਧੀ ਸਨ, ਮੇਰੇ ਦੁਸ਼ਮਣ ਸੀ, ਉਹਨਾਂ ਨੇ ਮੇਰੇ 6 ਸਾਲ ਦੇ ਪੁੱਤਰ ਨੂੰ ਜਿਹੜਾ ਸੀ ਉਹਨਾਂ ਮਾਰ ਮੁਕਾਇਆ। ਮੇਰੇ 6 ਸਾਲ ਦੇ ਪੁੱਤਰ ਨੂੰ ਮਾਰ ਦਿੱਤਾ। ਇਸ ਦੁੱਖ ਦੇ ਕਰਕੇ ਕਹਿਣ ਲੱਗਾ ਕਿ ਮੇਰਾ ਹਿਰਦਾ ਜਿਹੜਾ ਹੈ ਉਹ ਹਮੇਸ਼ਾ ਹੀ ਤਪਦਾ ਰਹਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਫਿਰ ਤੂੰ ਕੀ ਕਰਨਾ ਚਾਹੁੰਦਾ ਹੈ? ਕਹਿਣ ਲੱਗਾ, ਮਹਾਰਾਜ, ਖੂਨ ਦਾ ਬਦਲਾ ਖੂਨ ਹੁੰਦਾ ਹੈ। ਜਿੰਨੀ ਦੇਰ ਤੱਕ ਮੈਂ ਉਹਨਾਂ ਦਾ ਖੂਨ ਨਹੀਂ ਡੋਲ ਲੈਂਦਾ, ਮੇਰੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਮੇਰਾ ਹਿਰਦਾ ਠੰਡਾ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ, ਕਹਿਣ ਲੱਗੇ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੇਰੇ ਉੱਤੇ ਇਸ ਵੇਲੇ ਬਹੁਤ ਵੱਡਾ ਤੈਨੂੰ ਦੁੱਖ ਹੈ। ਤੇਰਾ ਪੁੱਤਰ ਚੜ੍ਹਾਈ ਕਰ ਗਿਆ, ਤੇਰਾ ਪੁੱਤਰ ਮਾਰਿਆ ਗਿਆ, ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਹੋ ਸਕਦਾ। ਪਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਕਿਰਪਾ ਕੀਤੀ, ਕਹਿਣ ਲੱਗੇ, ਦੇਖੋ, ਜਿਉਂ-ਜਿਉਂ ਤੁਸੀਂ ਹਿਰਦੇ ਦੇ ਅੰਦਰ, ਮਨ ਦੇ ਅੰਦਰ ਬਦਲੇ ਦੀ ਭਾਵਨਾ ਰੱਖੋਗੇ, ਤੁਹਾਡੇ ਮਨ ਦੇ ਵਿੱਚ ਬਦਲੇ ਦਾ ਧਿਆਨ ਰਵੇਗਾ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹਦੇ ਨਾਲ ਤੁਹਾਡਾ ਹਿਰਦਾ ਬਿਲਕੁਲ ਸ਼ਾਂਤ ਨਹੀਂ ਹੋਣਾ। ਮਹਾਰਾਜ ਕਹਿੰਦੇ ਨੇ ਕਿ ਇਸ ਦੇ ਕਰਕੇ ਸਗੋਂ ਤੁਸੀਂ ਹੋਰ ਜ਼ਿਆਦਾ ਦੁਖੀ ਹੋਵੋਗੇ, ਕਿਉਂਕਿ ਤੁਹਾਡਾ ਹਮੇਸ਼ਾ ਜਿਹੜਾ ਧਿਆਨ ਹੈ ਨਾ, ਉਹ ਬਦਲਾ ਲੈਣ ਵਾਲੀ ਬਿਰਤੀ ਦੇ ਵਿੱਚ ਰਹੇਗਾ। ਨਾ ਤੁਹਾਨੂੰ ਜਾਗਦਿਆਂ ਚੈਨ ਆਏਗਾ ਤੇ ਨਾ ਤੁਹਾਨੂੰ ਸੁੱਤਿਆਂ ਚੈਨ ਆਏਗਾ। ਤੁਹਾਡੀਆਂ ਰਾਤਾਂ ਜਿਹੜੀਆਂ ਨੇ ਉਹ ਉਨੀਂਦਰੇ ਦੇ ਵਿੱਚ ਲੰਘਣਗੀਆਂ, ਰਾਤ ਨੂੰ ਨੀਂਦ ਨਹੀਂ ਆਏਗੀ, ਦਿਨ ਦੇ ਵਿੱਚ ਚੈਨ ਤੁਹਾਨੂੰ ਨਹੀਂ ਮਿਲੇਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਅਸਲ ਦੇ ਵਿੱਚ ਇਹ ਜਿਹੜਾ ਸੰਸਾਰ ਹੈ ਨਾ, ਜੋ ਉਪਜਿਆ ਹੈ ਉਹਨੇ ਬਿਨਸ ਜ਼ਰੂਰ ਜਾਣਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੇ ਕਾਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਬੇਅੰਤ ਉਦਾਹਰਨਾਂ ਦਿੱਤੀਆਂ। ਮਹਾਰਾਜ ਜੀ ਨੇ ਇਹ ਵੀ ਕਿਰਪਾ ਕੀਤੀ ਕਿ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਕਹਿੰਦੇ, ਦੇਖੋ, ਰਾਵਣ ਵਰਗੇ ਅੱਜ ਕਿੱਥੇ ਨੇ? ਸੰਸਾਰ ਦੇ ਵਿੱਚ ਚਲੇ ਜ਼ਰੂਰ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਥੇ ਤਾਂ ਏਕ ਸ਼ਿਵ ਭਏ ਏਕ ਗਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇੱਥੇ ਤੇ ਬ੍ਰਹਮਾ ਉਹ ਵਿਸ਼ਨ ਕੀਤੇ, ਮੋਦਨੀ ਮੁਦਾਰ ਕੀਤੇ, ਅਸ਼ਵਨੀ ਕੁਮਾਰ ਕੀਤੇ, ਅੰਸਾਂ ਅਵਤਾਰ ਕੀਤੇ, ਹੋਏ ਬਿਤਾਏ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਜਗਤ ਜਿਹੜਾ ਹੈ ਇਹ ਬਿਨਸਨਹਾਰ ਹੈ। ਜਿਹੜਾ ਇੱਥੇ ਪੈਦਾ ਹੁੰਦਾ ਹੈ, ਜਿਹੜਾ ਇਸ ਸੰਸਾਰ ਦੇ ਵਿੱਚ ਦਿਖਦਾ ਪਿਆ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਉਹਨੇ ਇਸ ਸੰਸਾਰ ਦੇ ਵਿੱਚੋਂ ਚਲੇ ਜ਼ਰੂਰ ਜਾਣਾ ਹੈ। ਜਿਹਨੇ ਜੀਵਨ ਦਿੱਤਾ ਹੈ, ਅਸਲ ਦੇ ਵਿੱਚ ਮਹਾਰਾਜ ਕਹਿੰਦੇ ਨੇ, ਜੀਵਨ ਲੈਂਦਾ ਵੀ ਉਹੀ ਹੈ। ਜੀਵਨ ਸਾਨੂੰ ਰੱਬ ਨੇ ਦਿੱਤਾ, ਸਾਨੂੰ ਸਰੀਰ ਦਿੱਤਾ, ਸਾਨੂੰ ਸਵਾਸ ਦਿੱਤੇ, ਤੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨੇ, ਜਿਸ ਨੇ ਜੀਵਨ ਦੇ ਦਿੱਤਾ ਉਸੇ ਨੇ ਹੀ ਲੈ ਕੇ ਜਾਣਾ ਹੈ। ਜਿਸ ਕੀ ਵਸਤ ਹੈ ਸੋਈ ਲੈ ਜਾਏਗਾ, ਰੋਸ ਕਿਸੇ ਸਿਉ ਕੀਜੈ। ਰੋਸ ਕਿਹਦੇ ਨਾਲ ਕਰੇਗਾ? ਜਿੰਦੀ ਵਸਤ ਸੀ ਉਹੀ ਲੈ ਕੇ ਚਲੇ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦੇਖ ਮਿੱਤਰਾ, ਅਸਲ ਦੇ ਵਿੱਚ ਜਿਹੜਾ ਰੱਬ ਹੈ ਉਹ ਮਾਲਕ ਹੈ ਨਾ, ਉਹੀ ਮੁਨਸਫ ਹੈ, ਉਹੀ ਇਨਸਾਫ ਕਰਨ ਵਾਲਾ ਹੈ, ਉਹਦੇ ਹੱਥ ਦੇ ਵਿੱਚ ਹੀ ਇਨਸਾਫ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਿੰਨੇ ਜਿਵੇਂ ਦਾ ਇੱਥੇ ਕਰਮ ਕੀਤਾ ਉਵੇਂ ਦਾ ਹੀ ਉਹਨੂੰ ਫਲ ਮਿਲ ਜਾਣਾ। ਸਤਿਗੁਰੂ ਕਹਿੰਦੇ ਨੇ ਕਿ ਨਫ਼ਰਤ ਕਰਨ ਵਾਲਾ ਆਪਣੇ ਹਿਰਦੇ ਨੂੰ ਤੇ ਜ਼ਰੂਰ ਸਾੜ ਲੈਂਦਾ ਹੈ, ਪਰ ਦੂਸਰੇ ਦਾ ਕੁਝ ਨਹੀਂ ਵਿਗਾੜ ਸਕਦਾ। ਨਫ਼ਰਤ ਕਰਦਾ ਹੈ ਨਾ, ਤੇ ਮਨ ਦੇ ਵਿੱਚ ਇਹ ਨਫ਼ਰਤ ਚੱਲਦੀ ਰਹਿੰਦੀ ਹੈ, ਤੇ ਇਸ ਨਫ਼ਰਤ ਦੇ ਕਰਕੇ, ਮਨ ਦੇ ਵਿੱਚ ਨਫ਼ਰਤ ਦੇ ਕਰਕੇ ਉਹ ਆਪਣੇ ਹਿਰਦੇ ਨੂੰ ਤੇ ਸਗੋਂ ਸਾੜਦਾ ਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹਿਰਦੇ ਆਪਣੇ ਨੂੰ ਸਾੜਨ ਵਾਲਾ ਜਿਹਦੇ ਨਾਲ ਨਫ਼ਰਤ ਕਰਦਾ ਹੈ, ਉਹਦਾ ਕੁਝ ਨਹੀਂ ਵਿਗਾੜਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹਿਰਦਾ ਸੜਦਾ ਹੈ, ਤੇ ਸਾੜਾ ਜਿਹੜਾ ਹੈ ਉਹਦੀ ਨਿਸ਼ਾਨੀ ਹੈ ਕਿ ਉਹ ਸ਼ੈਤਾਨੀ ਕਰਮ ਹੈ। ਸਾੜਾ ਸ਼ੈਤਾਨੀ ਕਰਮ ਹੈ, ਤੇ ਖਿਮਾ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਖੁਦਾਈ ਵਰਤਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਾਮ ਕ੍ਰੋਧ ਕਾਇਆ ਕੋ ਗਾਲੇ। ਮਹਾਰਾਜ ਕਹਿੰਦੇ ਨੇ, ਹੰਕਾਰ ਕ੍ਰੋਧ ਜਿਹੜਾ ਹੈ ਇਹ ਸਰੀਰ ਨੂੰ ਅੰਦਰੋਂ ਅੰਦਰੀ ਸਾੜ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਦਾ ਉਸ ਦੇ ਮਨ ਦੇ ਉੱਪਰ ਜਗਿਆਸੂ ਦੇ ਜਿਹੜਾ ਸਵਾਲ ਕਰਦਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ,
ਉਹਦੇ ਮਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਉਸ ਗੱਲ ਦਾ ਹੋਇਆ। ਉਹਨੇ ਮਨ ਦੇ ਵਿੱਚੋਂ ਈਰਖਾ ਖਤਮ ਕਰ ਲਈ। ਦੂਸਰੇ ਪਾਸੇ ਜਿਹੜੇ ਉਸ ਦੇ ਦੁਸ਼ਮਣ ਸਨ, ਜਿਨ੍ਹਾਂ ਨੇ ਉਹਦੇ 6 ਸਾਲ ਦੇ ਬੱਚੇ ਨੂੰ ਕਤਲ ਕੀਤਾ ਸੀ, ਉਸ ਦੁਸ਼ਮਣ ਨੂੰ ਰਾਤ ਨੂੰ ਸੁਪਨਾ ਆਉਂਦਾ ਹੈ। ਸੁਪਨੇ ਦੇ ਵਿੱਚ ਕੀ ਉਹ ਦੇਖਦਾ ਹੈ ਕਿ ਉਹਦਾ ਬੱਚਾ ਉਹਦੀ ਗੋਦ ਵਿੱਚ ਬੈਠਾ ਹੈ। ਉਸ ਦੇ ਗੋਦ ਵਿੱਚ ਬੈਠੇ ਹੋਏ ਬੱਚੇ ਨੂੰ ਕੋਈ ਬਾਂਹ ਫੜ ਕੇ ਤੇ ਉਹਦੀ ਗੋਦ ਵਿੱਚੋਂ ਖਿੱਚ ਲੈਂਦਾ ਹੈ। ਉਹ ਬੜਾ ਰੋਕਣ ਦਾ ਯਤਨ ਕਰਦਾ ਹੈ। ਸੁਪਨੇ ਦੇ ਵਿੱਚ ਇਹ ਸਾਰਾ ਕੁਝ ਦਿਖਿਆ ਕਿ ਉਹ ਵੇਖਦਾ ਪਿਆ ਹੈ ਕਿ ਮੇਰੇ ਵੇਖਦਿਆਂ ਵੇਖਦਿਆਂ ਮੇਰੀ ਗੋਦ ਵਿੱਚੋਂ ਕੋਈ ਬੱਚਾ ਮੇਰਾ ਖੋਹ ਕੇ ਲੈ ਕੇ ਜਾ ਰਿਹਾ ਹੈ। ਉਹਨੇ ਰੋਕਣ ਦਾ ਯਤਨ ਕੀਤਾ, ਰੋਕਿਆ ਨਾ ਗਿਆ, ਤੇ ਇੰਨੇ ਚਿਰ ਨੂੰ ਜਾਗ ਖੁੱਲ੍ਹਦੀ ਹੈ ਤੇ ਮੰਜੇ ਤੋਂ ਥੱਲੇ ਡਿੱਗਦਾ ਹੈ। ਥੱਲੇ ਡਿੱਗਿਆ, ਥੱਲੇ ਹੀ ਬੈਠ ਗਿਆ। ਮਨ ਦੇ ਵਿੱਚ ਪਛਤਾਵਾ ਆਇਆ ਕਿ ਮੈਂ ਕਿਸੇ ਦਾ ਪੁੱਤਰ ਮਾਰਿਆ, ਹੋ ਸਕਦਾ ਹੈ ਕਿ ਕੱਲ੍ਹ ਨੂੰ ਮੇਰਾ ਵੀ ਪੁੱਤਰ ਮਰ ਜਾਏ, ਜਾਂ ਦੁਸ਼ਮਣੀ ਦਾ ਬਦਲਾ ਲੈਂਦਿਆਂ ਉਹ ਆਪਣੇ ਬੱਚੇ ਦਾ ਬਦਲਾ ਲੈਂਦਿਆਂ ਮੇਰੇ ਪੁੱਤਰ ਨੂੰ ਮਾਰ ਦੇਵੇ। ਉਹਦੇ ਮਨ ਦੇ ਵਿੱਚ ਪਛਤਾਤਾਪ ਆਇਆ। ਜਿਹੜਾ ਉਹ ਦੁਸ਼ਮਣ ਸੀ ਉਹ ਗਿਆ, ਉਹਨੇ ਜਾ ਕਰਕੇ ਜਿਹਦੇ ਬੱਚੇ ਨੂੰ ਮਾਰਿਆ ਸੀ ਜਾ ਕੇ ਉਸ ਸਿੱਖ ਦੇ ਚਰਨਾਂ 'ਚ ਨਮਸਕਾਰ ਕੀਤੀ, ਸੀਸ ਰੱਖ ਦਿੱਤਾ। ਕਹਿਣ ਲੱਗਾ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ, ਮੈਂ ਤੇਰੇ ਛੋਟੇ ਜਿਹੇ ਬਾਲਕ ਦਾ ਕਤਲ ਕੀਤਾ। ਇਸ ਤੋਂ ਵੱਡੀ ਹੋਰ ਸੰਸਾਰ ਦੇ ਵਿੱਚ ਸਜ਼ਾ ਕਿਹੜੀ ਹੋ ਸਕਦੀ? ਉਹ ਸਜ਼ਾ ਜਿਹੜੀ ਸਭ ਤੋਂ ਵੱਡੀ ਸਜ਼ਾ ਤੁਸੀਂ ਸਮਝਦੇ ਹੋ ਉਹ ਮੈਨੂੰ ਦੇ ਦਿਓ, ਪਰ ਇੱਕ ਗੱਲ ਹੈ ਕਿ ਮਨ ਦੇ ਵਿੱਚ ਮੇਰੇ ਵਾਸਤੇ ਕੋਈ ਵੈਰ ਭਾਵਨਾ ਨਾ ਰੱਖਿਓ। ਮੈਂ ਤੁਹਾਡੇ ਚਰਨਾਂ ਦੇ ਵਿੱਚ ਇਸ ਕਰਕੇ ਆਇਆ ਕਿਉਂਕਿ ਜਿਹੜਾ ਨੀਵਾਂ ਹੋ ਕਰਕੇ ਦੁਸ਼ਮਣ ਦੇ ਕੋਲ ਵੀ ਜਾ ਕੇ ਡਿੱਗ ਪਵੇ ਉਹਦੇ ਚਰਨਾਂ ਵਿੱਚ, ਉਹਨੂੰ ਵੀ ਕੋਈ ਖਿਮਾ ਲੋਕ ਕਰ ਦਿੰਦੇ ਆ। ਤੁਸੀਂ ਮੇਰੇ 'ਤੇ ਕਿਰਪਾ ਕਰੋ, ਮੈਨੂੰ ਖਿਮਾ ਕਰ ਦਿਓ, ਮੈਂ ਬਹੁਤ ਵੱਡਾ ਗੁਨਾਹ ਕਰ ਬੈਠਾ ਤੁਹਾਡੇ ਪੁੱਤਰ ਨੂੰ ਮਾਰ ਕੇ। ਉਸ ਸਿੱਖ ਦੇ ਉੱਪਰ ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਹੋ ਚੁੱਕੀ ਸੀ। ਹਿਰਦਾ ਉਹਦਾ ਤਪਦਾ ਹੋਇਆ ਠੰਡਾ ਹੋ ਚੁੱਕਿਆ ਸੀ। ਉਹਨੇ ਉਸ ਨੂੰ ਆਪਣੇ ਦੁਸ਼ਮਣ ਨੂੰ ਜਿਹੜਾ ਸੀ ਮਾफ़ ਕਰਕੇ ਆਖਿਆ ਕਿ ਜਾ ਹੁਣ ਮੇਰੇ ਮਨ ਦੇ ਵਿੱਚ ਤੇਰੇ ਵਾਸਤੇ ਕੋਈ ਵੀ ਈਰਖਾ ਨਹੀਂ। ਜਦੋਂ ਉਹ ਵਾਪਸ ਚਲੇ ਗਿਆ, ਸਤਿਗੁਰ ਮਹਾਰਾਜ ਜੀ ਦੀ ਕਿਰਪਾ ਹੋਈ। ਕੁਝ ਸਮੇਂ ਬਾਅਦ ਇਹ ਜਿਹੜਾ ਸਿੱਖ ਸੀ ਜਿਹਦੇ ਪੁੱਤਰ ਦੀ ਮੌਤ ਹੋਈ ਸੀ, ਉਹਨੂੰ ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਹੋਈ। ਉਹਦੇ ਘਰ ਦੇ ਵਿੱਚ ਫਿਰ ਕੁਝ ਸਮੇਂ ਬਾਅਦ ਇੱਕ ਬੱਚੇ ਨੇ ਜਨਮ ਲਿਆ, ਇੱਕ ਲੜਕੇ ਨੇ ਜਨਮ ਲਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹਨੇ ਚਰਨਾਂ 'ਚ ਸੀਸ ਨਵਾ ਕੇ ਆਖਿਆ, ਮਹਾਰਾਜ ਜਿਹੜਾ ਭੇਜਿਆ ਸੀ ਉਹ ਤੁਸੀਂ ਵਾਪਸ ਮੈਨੂੰ ਫੇਰ ਦੇ ਦਿੱਤਾ। ਸਤਿਗੁਰ ਮਹਾਰਾਜ ਫਿਰ ਕਰਨਾਲ ਤੋਂ ਹੁੰਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਇਸ ਤੋਂ ਅੱਗੇ ਫਿਰ ਦਿੱਲੀ ਜਾਂਦੇ ਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਰਾਜਾ ਰਾਮ ਸਿੰਘ ਜਿਹੜੇ ਸਤਿਗੁਰ ਮਹਾਰਾਜ ਜੀ ਨੂੰ ਅਸਾਮ ਦੀ ਧਰਤੀ 'ਤੇ ਜਾ ਕੇ ਮਿਲੇ, ਜਿੰਦਾ ਸਤਿਗੁਰ ਮਹਾਰਾਜ ਜੀ ਨੇ ਸਮਝੌਤਾ ਕਰਾਇਆ ਸੀ। ਸਤਿਗੁਰ ਮਹਾਰਾਜ ਉਹਦੇ ਮਹਿਲਾਂ ਵਿੱਚ ਗਏ। ਰਾਣੀ ਪੁਸ਼ਪਾ ਦੇਵੀ ਜਿਹੜੀ ਸੀ ਸਤਿਗੁਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਈ। ਰਾਜਾ ਜੈ ਚੰਦ ਦੇ ਬੰਗਲੇ ਵਿੱਚ ਸਤਿਗੁਰ ਮਹਾਰਾਜ ਰੁਕਦੇ ਨੇ ਤੇ ਰਾਣੀ ਪੁਸ਼ਪਾ ਦੇਵੀ ਜਿਹੜੀ ਹੈ ਉਹ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਨਾਲ ਹੀ ਦੱਸਣਾ ਕੀਤਾ ਕਿ ਔਰੰਗਜ਼ੇਬ ਜਿਹੜਾ ਹੈ ਉਹਨੇ ਹੁਣ ਇਸ ਵੇਲੇ ਬਹੁਤ ਹੀ ਤਵਸਬੀ ਨੀਤੀ ਧਾਰਨ ਕੀਤੀ ਹੋਈ ਹੈ। ਬਿਲਕੁਲ ਉਹ ਕੱਟੜਪੰਥੀ ਬਣ ਗਿਆ ਹੈ ਤੇ ਇਹ ਇਸ ਵੇਲੇ ਰਾਜਾ ਰਾਮ ਸਿੰਘ ਜੀ ਨੂੰ 1000 ਫੌਜੀ ਹੋਰ ਦੇ ਦਿੱਤੇ ਨੇ। ਇੱਥੋਂ ਤੱਕ ਉਹਦੀ ਬਿਰਤੀ ਜਿਹੜੀ ਹੈ ਉਹ ਕੂਟਨੀਤਿਕ ਹੋ ਚੁੱਕੀ ਹੈ ਕਿ ਔਰੰਗਜ਼ੇਬ ਨੇ ਮਥੁਰਾ ਜਿਹੜਾ ਸੀ ਉਹਦੇ ਅਲੀਸ਼ਾਨ ਮੰਦਰ ਨੂੰ ਢਹਿ ਢੇਰੀ ਕਰ ਦਿੱਤਾ। ਮਥੁਰਾ ਦੇ ਵਿੱਚ ਮੰਦਿਰਾਂ ਨੂੰ ਤੇ ਤੋੜਿਆ ਹੀ, ਨਾਲ ਮਥੁਰਾ ਦਾ ਜਿਹੜਾ ਨਾਮ ਸੀ ਉਹਦਾ ਨਾਮ ਵੀ ਬਦਲ ਕੇ ਮਥੁਰਾ ਤੋਂ ਇਸਲਾਮਾਬਾਦ ਕਰ ਦਿੱਤਾ ਗਿਆ। ਇਸ ਮਥੁਰਾ ਦੇ ਜਿਹੜਾ ਮੰਦਰ ਸੀ ਉਹਦੀ ਨੂਰ ਸਿੰਘ ਬੰਦੇਲ ਬਾਦਸ਼ਾਹ ਉੱਥੋਂ ਦਾ ਰਾਜਾ ਹੋਇਆ, ਉਹਨੇ 33 ਲੱਖ ਰੁਪਈਆ ਲਾ ਕਰਕੇ ਇਸ ਮੰਦਰ ਦੀ ਉਸਾਰੀ ਕਰਾਈ ਸੀ ਤੇ ਬਹੁਤ ਅਲੀਸ਼ਾਨ ਮੰਦਰ ਬਣਵਾਇਆ ਸੀ। ਪਰ ਔਰੰਗਜ਼ੇਬ ਦੀ ਕੱਟੜ ਨੀਤੀ ਜਿਹੜੀ ਸੀ, ਕੱਟੜਪੰਥੀ ਜਿਹੜੀ ਸੋਚ ਸੀ, ਤਵਸਬੀ ਨੀਤੀ ਸੀ ਜਿਹੜੀ, ਉਹਦੇ ਕਰਕੇ ਜਿਹੜਾ ਸੀ ਇਹ ਮਥੁਰਾ ਦਾ ਅਲੀਸ਼ਾਨ ਮੰਦਰ ਜਿਹੜਾ ਸੀ ਉਹਨੂੰ ਢਾਹ ਦਿੱਤਾ ਗਿਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਦੇ ਵਿੱਚ ਸੀ ਕਿ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਸੀ। ਉਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉੱਪਰ ਵੀ ਸਖਤ ਜਿਹੜਾ ਫੌਜੀ ਪਹਿਰਾ ਲਵਾ ਦਿੱਤਾ। ਮਹਾਰਾਜ ਜੀ ਦੀਆਂ ਹਰ ਗਤੀਵਿਧੀਆਂ 'ਤੇ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਦੂਸਰੀ ਫੇਰੀ ਸੀ ਦਿੱਲੀ ਦੇ ਅੰਦਰ। ਮਹਾਰਾਜ ਪਹਿਲੀ ਵਾਰੀ ਜਦੋਂ ਜਾਂਦੇ ਨੇ
ਦਿੱਲੀ ਹੋ ਕੇ ਗਏ ਸੀ ਤੇ ਉਸ ਵੇਲੇ ਔਰੰਗਜ਼ੇਬ ਦੇ ਨਾਲ ਮੁਲਾਕਾਤ ਵੀ ਹੋਈ ਸੀ। ਇਹ ਦੂਸਰੀ ਵਾਰੀ ਸਤਿਗੁਰ ਮਹਾਰਾਜ ਆਉਂਦੇ ਨੇ ਤੇ ਵਿਦਵਾਨ ਸੱਜਣ ਕਹਿੰਦੇ ਨੇ ਮਹਾਰਾਜ ਇਸ ਵਾਰ 2 ਮਹੀਨੇ ਤੇ 13 ਦਿਨ ਆਪ ਦਿੱਲੀ ਵਿੱਚ ਰਹੇ। ਫੌਜੀ ਪਹਿਰਾ ਜਿਹੜਾ ਸੀ ਸਤਿਗੁਰ ਮਹਾਰਾਜ ਜੀ ਦੇ ਉੱਤੇ ਲਾ ਦਿੱਤਾ ਗਿਆ। ਇੱਕ ਸਤਿਗੁਰ ਮਹਾਰਾਜ ਜੀ ਦਾ ਸਿੱਖ ਤੇ ਬਹੁਤ ਹੀ ਪਿਆਰਾ ਮਿੱਤਰ ਸੀ, ਜਿਨ੍ਹਾਂ ਦਾ ਨਾਮ ਅਸੀਂ ਸੈਫ ਖਾਂ ਕਰਕੇ ਪੜ੍ਹਦੇ ਹਾਂ। ਬਹਾਦਰਗੜ੍ਹ ਪਟਿਆਲੇ ਤੋਂ ਰਹਿਣ ਵਾਲੇ ਸੀ। ਉਹਨਾਂ ਨੇ ਦਿੱਲੀ ਵਿੱਚ ਆ ਕਰਕੇ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਨਾ ਕੀਤੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਉੱਪਰ ਭਾਵੇਂ ਫੌਜੀ ਪਹਿਰਾ ਸੀ, ਪਰ ਸੈਫ ਖਾਂ ਜਿਹੜਾ ਸੀ ਉਹਦੀ ਔਰੰਗਜ਼ੇਬ ਬਹੁਤ ਮੰਨਦਾ ਸੀ। ਸਤਿਗੁਰ ਮਹਾਰਾਜ ਪਾਤਸ਼ਾਹ ਨੂੰ ਫਿਰ ਸੈਫ ਖਾਂ ਜਿਹੜਾ ਹੈ ਦਿੱਲੀ ਤੋਂ ਨਾਲ ਲੈ ਕੇ ਆਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਿਰ ਦਿੱਲੀ ਤੋਂ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਆਏ। ਮਹਾਰਾਜ ਜਿਸ ਵੇਲੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ, ਉੱਥੇ ਬਾਬਾ ਸੂਰਜਮਲ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾ, ਉਹਨਾਂ ਦੇ ਨਾਲ ਮੇਲ ਹੋਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਭਤੀਜੇ ਗੁਲਾਬ ਰਾਏ ਤੇ ਸ਼ਿਆਮ ਦਾਸ ਬਾਬਾ ਸੂਰਜਮਲ ਦੀ ਦੇ ਸਪੁੱਤਰ ਨੇ, ਬਾਬਾ ਗੁਲਾਬ ਰਾਏ ਤੇ ਬਾਬਾ ਸ਼ਿਆਮ ਦਾਸ, ਉਹਨਾਂ ਦੇ ਨਾਲ ਵੀ ਮੇਲ ਹੁੰਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਭਤੀਜਿਆਂ ਨੂੰ ਗੁਲਾਬ ਰਾਏ ਤੇ ਸ਼ਿਆਮ ਦਾਸ ਨੂੰ ਮਹਾਰਾਜ ਨੇ ਬਹੁਤ ਕੀਮਤੀ ਵਸਤਰ ਜਿਹੜੇ ਸਨ, ਕੁਝ ਗਹਿਣੇ ਇਤਿਆਦਿਕ ਜਿਹੜੇ ਸੀ, ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਆਪਣੇ ਭਤੀਜਿਆਂ ਨੂੰ ਭੇਟਾ ਦੇ ਵਜੋਂ ਦਿੰਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਫਿਰ ਉਹ ਅਸਥਾਨ ਜਿੱਥੇ ਅੱਜ ਅਸੀਂ ਦਰਸ਼ਨ ਕਰਦੇ ਹਾਂ, ਗੁਰਦੁਆਰਾ ਪਤਾਲਪੁਰੀ ਸਾਹਿਬ ਜੀ ਦੇ ਰੂਪ ਦੇ ਵਿੱਚ, ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੇ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਅਸਥਾਨ ਹੈ। ਉਸੇ ਹੀ ਅਸਥਾਨ ਦੇ ਉੱਪਰ ਧੰਨ ਗੁਰੂ ਹਰਿਰਾਏ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਉਹਨਾਂ ਦਾ ਪ੍ਰਕਾਸ਼ ਅਸਥਾਨ ਵੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ 9ਵੇਂ ਜੋਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਅਸਥਾਨਾਂ ਦੇ ਦਰਸ਼ਨ ਕੀਤੇ, ਜਿਨ੍ਹਾਂ ਅਸਥਾਨਾਂ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਸੀ। ਉਸ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾਂਦੇ ਆ। ਆਨੰਦਪੁਰ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਪਹੁੰਚੇ, ਸੰਗਤ ਨੂੰ ਪਤਾ ਲੱਗਿਆ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਕਿਉਂਕਿ ਇਹ ਜਿਹੜਾ ਹੈ ਸਤੰਬਰ ਅਕਤੂਬਰ ਦਾ ਮਹੀਨਾ ਹੈ ਤੇ ਅਕਤੂਬਰ 1670 ਤਕਰੀਬਨ 17 ਜੂਨ 1665 ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਚੱਕ ਨਾਨਕੀ ਆਨੰਦਪੁਰ ਸਾਹਿਬ ਨੂੰ ਵਸਾਉਣਾ ਕਰਦੇ ਆ ਤੇ 5 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਜਦੋਂ ਸਤਿਗੁਰੂ ਮਹਾਰਾਜ ਇਸ ਧਰਤੀ ਤੋਂ ਗਏ ਨੇ, ਜਾ ਚੁੱਕੇ ਨੇ। ਤੇ ਸਤਿਗੁਰੂ ਮਹਾਰਾਜ ਪੂਰਬ ਦੌਰੇ ਤੋਂ ਹੋ ਕਰਕੇ 5 ਸਾਲਾਂ ਬਾਅਦ ਸਤਿਗੁਰੂ ਮਹਾਰਾਜ ਜੀ ਆਉਂਦੇ ਨੇ। ਸੰਗਤ ਨੂੰ ਪਤਾ ਲੱਗਿਆ, ਸੰਗਤ ਨੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਉਣ ਦੇ ਉੱਪਰ ਵਿਸ਼ੇਸ਼ ਤੌਰ ਤੇ ਆਨੰਦਪੁਰ ਸਾਹਿਬ ਚੱਕ ਨਾਨਕੀ ਦੇ ਅੰਦਰ ਬਹੁਤ ਸਾਰੀ ਦੀਪਮਾਲਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਦੀ ਖੁਸ਼ੀ ਵਿੱਚ ਥਾਂ ਥਾਂ ਦੇ ਉੱਤੇ ਜਿਹੜੇ ਸੀ ਵਿਸ਼ੇਸ਼ ਤੌਰ ਤੇ ਜਿਹੜੇ ਸੀ ਉਹ ਲੰਗਰ ਲਗਾਏ ਗਏ। ਸਤਿਗੁਰੂ ਮਹਾਰਾਜ ਇਤਿਹਾਸ ਇਵੇਂ ਜਾਪਦਾ ਹੈ ਕਿ ਜਿਸ ਵੇਲੇ ਮਹਾਰਾਜ ਪਟਨੇ ਦੀ ਧਰਤੀ ਤੋਂ ਚੱਲੇ ਨੇ ਤੇ ਮਹਾਰਾਜ ਨੇ ਸੰਗਤ ਦੇ ਨਾਮ ਹੁਕਮਨਾਮੇ ਵੀ ਜਿਹੜੇ ਸਨ ਉਹ ਭੇਜ ਦਿੱਤੇ ਹੋਣਗੇ, ਕਿਉਂਕਿ ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਚੱਕ ਨਾਨਕੀ ਪਹੁੰਚਦੇ ਆ, ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੋਂ ਸੰਗਤ ਜਾਂਦੀ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ, ਬਿਰਧ ਕੇ ਬੰਸ ਵਿਖੇ ਗੁਰਦਿੱਤਾ, ਆਨ ਬਾਦ ਸਤਿਗੁਰ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਦੇ ਵਿੱਚੋਂ ਬਾਬਾ ਗੁਰਦਿੱਤਾ ਸਾਹਿਬ ਜੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵਾਸਤੇ ਇੱਕ ਬਹੁਤ ਸੁੰਦਰ ਬਾਜ ਜਿਹੜਾ ਸੀ ਉਹ ਨਾਲ ਲੈ ਕਰਕੇ ਗਏ। ਲਾਹੌਰ ਤੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਸੰਗਤ ਆਉਂਦੀ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵਾਸਤੇ ਸੰਗਤ ਜਿਹੜੀ ਹੈ ਉਹ ਤੀਰ ਕਮਾਨ ਤੇ ਇੱਕ ਤੀਰਾਂ ਦਾ ਬਹੁਤ ਸੋਹਣਾ ਪੱਥਾ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕਰਨਾ ਕੀਤਾ। ਕਾਬਲ ਤੋਂ ਸੰਗਤ ਆਈ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਮਾਲਵੇ ਤੋਂ ਸੰਗਤ ਆਉਂਦੀ ਹੈ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਲਵੇ ਦੀ ਧਰਤੀ ਤੇ ਬਹੁਤ ਵਿਚਰੇ ਹਨ। ਬਹੁਤ ਸਾਰੇ ਸਤਿਗੁਰ ਮਹਾਰਾਜ ਜੀ ਦੇ ਅਸਥਾਨ ਨੇ ਜਿਹੜੇ ਮਾਲਵੇ ਦੀ ਧਰਤੀ ਦੇ ਉੱਤੇ ਸੁਭਾਏਮਾਨ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਸ ਵੇਲੇ ਮਾਲਵੇ ਦੀ ਸੰਗਤ ਨੇ ਆ ਕਰਕੇ ਦਰਸ਼ਨ ਕਰਨਾ ਕੀਤੇ, ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਨਾਲੇ ਤਾਂ ਸੰਗਤ ਨੇ ਬੇਨਤੀ ਵੀ ਕਰਨਾ ਕੀਤੀ ਕਿ ਮਹਾਰਾਜ ਆਪ ਕਿਰਪਾ ਕਰੋ, ਚਰਨ ਜਿਹੜਾ ਹੈ ਉਹ ਮਾਲਵੇ ਦੀ ਧਰਤੀ ਤੇ ਫਿਰ ਪਾਉਣਾ ਕਰੋ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਨੰਦਪੁਰ ਸਾਹਿਬ ਪਹੁੰਚਣ ਦੇ ਉੱਤੇ, ਕਿਉਂਕਿ ਮਹਾਰਾਜ 5 ਸਾਲ ਤੋਂ ਉੱਪਰ ਦੇ ਸਮੇਂ ਤੋਂ ਬਾਅਦ ਵਿੱਚ ਆਨੰਦਪੁਰ ਸਾਹਿਬ ਪਹੁੰਚੇ, ਤੇ ਸੰਗਤ ਨੇ ਬਹੁਤ ਖੁਸ਼ੀ ਦੇ ਨਾਲ, ਪ੍ਰਸੰਨਤਾ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੱਸਣਾ ਵੀ ਕੀਤਾ ਕਿ ਇੱਥੇ ਅਸੀਂ ਬਹੁਤ ਖੁਸ਼ੀ ਦੇ ਵਿੱਚ ਹਾਂ, ਆਨੰਦ ਦੇ ਵਿੱਚ ਹਾਂ, ਮੰਗਲ ਦੇ ਵਿੱਚ ਹਾਂ, ਕਿਉਂਕਿ ਇੱਥੇ ਬਹੁਤ ਵਧੀਆ ਸਮਾਂ ਜਿਹੜਾ ਸੀ ਉਹ ਬਤੀਤ ਹੋ ਰਿਹਾ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਇਹ ਨਗਰ ਵਸਾਉਂਦੇ ਨੇ, ਤੇ ਇਹ ਮਹਾਰਾਜ ਜੀ ਦੀ ਇਹ ਨੀਤੀ ਸੀ ਕਿ ਇਹ ਇੱਕ ਤਾਂ ਅਜਿੱਤ ਤੇ ਅਡਿੱਗ ਨਗਰ ਹੋਵੇਗਾ, ਔਰ ਦੂਸਰਾ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਿਸ ਵੇਲੇ ਮਹਾਰਾਜ ਆਏ ਸੀ ਤੇ 52 ਰਾਜੇ ਸਤਿਗੁਰ ਮਹਾਰਾਜ ਜੀ ਦੇ ਚੋਲੇ ਦੀਆਂ ਕਲੀਆਂ ਨੂੰ ਫੜ ਕਰਕੇ ਰਿਹਾ ਹੋਏ ਸੀ। ਉਹਨਾਂ ਵਿੱਚੋਂ ਬਹੁਤੇ ਰਾਜੇ ਜਿਹੜੇ ਸਨ ਇਸ ਇਲਾਕੇ ਦੇ ਰਹਿਣ ਵਾਲੇ ਸੀ, ਜਿਨ੍ਹਾਂ ਨੇ ਸਤਿਗੁਰ ਮਹਾਰਾਜ ਜੀ ਦੇ ਉੱਪਰ ਅਥਾਹ ਸ਼ਰਧਾ ਰੱਖੀ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਇਸ ਕਰਕੇ ਹੀ ਇਸ ਪਾਸੇ ਨਗਰ ਵਸਾਉਣਾ ਕੀਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਬਹੁਤ ਪਿਆਰੇ ਗੁਰਸਿੱਖ ਵੀ ਆਏ, ਜਿਨ੍ਹਾਂ ਨੇ ਸਤਿਗੁਰ ਮਹਾਰਾਜ ਜੀ ਤੋਂ ਜੀ ਦਾਨ ਲਿਆ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਉਹਨਾਂ ਦਾ ਜੀਵਨ ਵੀ ਆਪਾਂ ਦਰਸ਼ਨ ਅਗਲੇ ਦੀਵਾਨਾਂ ਦੇ ਵਿੱਚ ਕਰਾਂਗੇ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਉਹਨਾਂ ਨੇ ਮਾਣੀ, ਤੇ ਉਸ ਬਖਸ਼ਿਸ਼ ਨੂੰ ਉਹਨਾਂ ਨੇ ਸੰਸਾਰ ਦੇ ਵਿੱਚ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਵੰਡਣਾ ਕੀਤਾ ਹੈ। ਸੋ ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ ਕਿ ਆਪਾਂ ਅਗਲੇ ਜਿਹੜੇ ਉਹ ਗੁਰਸਿੱਖ ਹਨ ਉਹਨਾਂ ਦੇ ਦਰਸ਼ਨ ਆਪਣਾ ਅਗਲੇ ਦੀਵਾਨਾਂ ਦੇ ਵਿੱਚ ਨਾਲ ਕਰਦੇ ਜਾਵਾਂਗੇ। ਅਖੀਰ ਦੇ ਉੱਤੇ ਆਪਾਂ ਅਰਦਾਸ ਨਿਤਾ ਪ੍ਰਤੀ ਜੋ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਹੇ ਅਕਾਲ ਪੁਰਖ ਆਪ ਕਿਰਪਾ ਕਰੋ ਕਿ ਇਸ ਜਗਤ ਦੇ ਉੱਤੇ ਆਪ ਜੀ ਠੰਡ ਵਰਤਾਉਣਾ ਕਰੋ, ਇਹ ਜਗਤ ਫਿਰ ਚੰਗੀ ਤਰ੍ਹਾਂ ਸਾਹ ਲੈ ਸਕੇ, ਚੰਗੀ ਤਰ੍ਹਾਂ ਇਹ ਮਨੁੱਖਤਾ ਫਿਰ ਜੀਵਨ ਜੀ ਸਕੇ। ਅਰਦਾਸ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਕਰੋ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ, ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਫਤਿਹ ਦੀ ਸਾਂਝ ਦੇ ਨਾਲ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰਨਉ ਨਿਤ ਆਵੈ